ਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਇਹੀ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਪੌੜੀ। ਵਿਣ ਸੱਚੇ ਸਭ ਕੂੜ, ਕੂੜ ਕਮਾਈਐ। ਵਿਣ ਸੱਚੇ ਕੂੜਿਆਰ, ਬੰਨ ਚਲਾਈਐ। ਵਿਣ ਸੱਚੇ ਤਨ ਸ਼ਾਰ, ਸ਼ਾਰ ਰਲਾਈਐ। ਵਿਣ ਸੱਚੇ ਸਭ ਭੁੱਖ ਜੇ ਪੈਂਜੈ ਖਾਈਐ। ਵਿਣ ਸੱਚੇ ਦਰਬਾਰ ਕੂੜ ਨਾ ਪਾਈਐ। ਕੂੜ ਲਾਲਚ ਲਗ ਮਹਿਲ ਖੁਆਈਐ। ਸਭ ਜਗ ਠਗਿਓ ਠਗ ਆਈਐ ਜਾਈਐ। ਤਨ ਮੈਂ ਤ੍ਰਿਸ਼ਨਾ ਅਖ ਸ਼ਬਦ ਬੁਝਾਈਐ। ਸਭ ਜਗ ਠਗਿਓ ਠਗ ਆਈਐ ਜਾਈਐ। ਤਨ ਮਹਿ ਤ੍ਰਿਸ਼ਨਾ ਅਗ ਸ਼ਬਦ ਬੁਝਾਈਐ। ਪਰਮ ਸਨਮਾਨਯੋਗ ਗੁਰੂ ਪਿਆਰ ਵਿੱਚ ਜੁੜ ਬੈਠੇ ਗੁਰਮੁਖ ਸਤ ਸੰਗੀ ਜਨੋਂ, ਆਓ ਜਿੱਥੇ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਦਾ ਹਰ ਜਸ ਕੀਰਤਨ ਆਪ ਜੀ ਨੇ ਸ਼ਰਨ ਕੀਤਾ। ਕੁਝ ਸਮਾਂ ਪਾਵਨ ਬਾਣੀ ਦੀ ਚੱਲ ਰਹੀ ਲੜੀਵਾਰ ਵਿਚਾਰ ਨਾਲ ਦਿਲੀ ਸਾਂਝ ਬਣਾਉਣ ਦਾ ਯਤਨ ਕਰੀਏ। ਗੁਰਬਾਣੀ ਵਿਚਾਰ ਆਰੰਭ ਕਰਾਂ ਇਸ ਤੋਂ ਪਹਿਲਾਂ ਇੱਕ ਵਾਰੀ ਸਾਰੇ ਜਾਣੇ ਕਿਰਪਾ ਕਰੋ, ਚਿੱਤ ਦੀ ਇਕਾਗਰਤਾ ਸਹਿਤ ਗੁਰੂ ਬਖਸ਼ੀ ਗੁਰਫਤਿਹ ਸਾਰੇ ਜਾਣੇ ਪ੍ਰਵਾਨ ਕਰੋ। ਕੋਈ ਰਸਨਾ ਖਾਲੀ ਨਾ ਰਹੇ, ਬੋਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਾਂਝ ਰਾਗ ਦੀ ਵਾਰ ਦੀ 19ਵੀਂ ਪੌੜੀ ਦਾ ਪਾਠ ਆਪ ਜੀ ਨੇ ਸ਼ਰਵਣ ਕੀਤਾ ਹੈ, ਜੋ ਕਿ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਕ 147 ਤੇ ਅੰਕਿਤ ਹੈ। ਇਸ ਪੌੜੀ ਦੇ ਨਾਲ 2 ਸ਼ਲੋਕ ਦਰਜ ਨੇ, ਇੱਕ ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਅਤੇ ਦੂਸਰਾ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਦਾ। ਉਹਨਾਂ ਦੋਨਾਂ ਸ਼ਲੋਕਾਂ ਦੀ ਵਿਚਾਰ ਪਿਛਲੇ ਦਿਨਾਂ ਅੰਦਰ ਆਪਾਂ ਸਾਂਝੀ ਕੀਤੀ ਸੀ। ਉਸੇ ਵਿਚਾਰ ਨੂੰ ਹੀ ਸਾਹਿਬ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਇਸ ਪਾਵਨ ਪਵਿੱਤਰ ਪੌੜੀ ਦੇ ਅੰਦਰ ਦੁਹਰਾਇਆ ਗਿਆ ਹੈ। ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਬੋਲ ਸਨ, ਜਗਤ ਦੇ ਅੰਦਰ ਸਭ ਤੋਂ ਵੱਡੀ ਕਰਾਮਾਤ ਇਹ ਹੈ, ਇਸ ਮਨੁੱਖ ਦੇ ਹਿਰਦੇ ਵਿੱਚ ਮਾਲਕ ਦਾ ਨਾਮ ਵਸ ਜਾਏ। ਇਹਦੇ ਤੋਂ ਵੱਡੀ ਕਰਾਮਾਤ ਹੋਰ ਕੋਈ ਨਹੀਂ। ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਸ਼ਲੋਕ ਵਿੱਚ ਬਚਨ ਆਇਆ ਸੀ ਕਿ ਜਿਸ ਮਨੁੱਖ ਦੇ ਜੀਵਨ ਦੇ ਅੰਦਰ ਇਹ ਕਰਾਮਾਤ ਆ ਜਾਏ, ਪਰਮਾਤਮਾ ਦਾ ਨਾਮ ਜਿਸ ਮਨੁੱਖ ਦੇ ਹਿਰਦੇ ਵਿੱਚ ਵਸ ਜਾਏ, ਉਸ ਮਨੁੱਖ ਦਾ ਆਪਣਾ ਸਮੁੱਚਾ ਜੀਵਨ ਇੱਕ ਕਰਾਮਾਤ ਬਣ ਜਾਏਗਾ। ਕੀ ਤਬਦੀਲੀ ਆਉਂਦੀ ਹੈ ਉਹਦੇ ਜੀਵਨ ਦੇ ਵਿੱਚ। ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਆਖਿਆ ਸੀ, ਕਹਿਣ ਲੱਗੇ ਉਹ ਮਨੁੱਖ ਰੱਜ ਜਾਂਦਾ ਹੈ, ਉਸ ਦੇ ਗਿਆਨ ਇੰਦਰੀ ਰੱਜ ਜਾਂਦੇ ਨੇ, ਉਹ ਮਨੁੱਖ ਤ੍ਰਿਪਤ ਹੋ ਜਾਂਦਾ ਹੈ। ਨਹੀਂ ਤੇ ਮਨੁੱਖ ਦੀਆਂ ਅੱਖਾਂ ਸੰਸਾਰ ਨੂੰ ਦੇਖ ਦੇਖ ਕੇ ਰੱਜਦੀਆਂ ਨਹੀਂ, ਕੰਨ ਸੰਸਾਰ ਨੂੰ ਸੁਣ ਸੁਣ ਕੇ ਕਦੇ ਰੱਜਦੇ ਨਹੀਂ, ਮੂੰਹ ਗੱਲਾਂ ਕਰ ਕਰਕੇ ਮਨੁੱਖ ਦਾ ਕਦੇ ਰੱਜਦਾ ਨਹੀਂ। ਮਨੁੱਖ ਦੇ ਹਿਰਦੇ ਦੀ ਭੁੱਖ ਕਦੇ ਮਿਟਦੀ ਨਹੀਂ। ਪਰ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਬੋਲੇ ਕਰਾਮਾਤਿਆ, ਮਨੁੱਖ ਆਪਣੇ ਇਸ ਜੀਵਨ ਦੇ ਅੰਦਰ ਜੇ ਰੱਜ ਜਾਏ, ਨਾਨਕ ਭੁੱਖਾ ਤਾਂ ਰੱਜੈ ਜਾਂ ਗੁਣ ਕਹਿ ਗੁਣੀ ਸਮਾਏ। ਇੱਕੋ ਹੀ ਜੁਗਤੀ ਹੈ। ਪਰਮਾਤਮਾ ਦੇ ਗੁਣ ਗਾਏ, ਪਰਮਾਤਮਾ ਦੇ ਗੁਣ ਗਾਉਂਦਾ ਗਾਉਂਦਾ ਰੱਬੀ ਗੁਣਾਂ ਦੇ ਵਿੱਚ ਇਹ ਮਨੁੱਖ ਲੀਨ ਹੋ ਜਾਏ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਇਸ ਤਰੀਕੇ ਦੇ ਨਾਲ ਇਹ ਮਨੁੱਖ ਜਿਹੜਾ ਹੈ ਇਹ ਰੱਜ ਸਕਦਾ ਹੈ, ਤ੍ਰਿਪਤ ਹੋ ਸਕਦਾ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਅੱਜ ਦੀ ਜਦੋਂ ਪੌੜੀ ਨੂੰ ਵਿਚਾਰਦੇ ਹਾਂ, ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਪਰਮੇਸ਼ਰ ਦੇ ਨਾਮ ਵਾਸਤੇ ਜਿਹੜਾ ਲਫ਼ਜ਼ ਇਸ ਪੌੜੀ ਵਿੱਚ ਬਾਰ-ਬਾਰ ਵਰਤਦੇ ਨੇ, ਉਹ ਹੈ ਸੱਚਾ। ਸੱਚੇ ਦਾ ਅਰਥ ਹੈ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਬੋਲ ਕਹਿਣ ਲੱਗੇ, ਵਿਣ ਸੱਚੇ ਸਭ ਕੂੜ, ਕੂੜ ਕਮਾਈਐ, ਵਿਣ ਸੱਚੇ ਕੂੜਿਆਰ ਬੰਨ ਚਲਾਈਐ, ਵਿਣ ਸੱਚੇ ਤਨ ਸ਼ਾਰ, ਸ਼ਾਰ ਰਲਾਈਐ, ਵਿਣ ਸੱਚੇ ਸਭ ਭੁੱਖ ਜੇ ਪੈਂਜੈ ਖਾਈਐ। ਕਹਿਣ ਲੱਗੇ ਬਗੈਰ ਸੱਚੇ ਨਾਮ ਤੋਂ, ਬਗੈਰ ਪ੍ਰਮਾਤਮਾ ਦੇ ਨਾਮ ਤੋਂ ਮਨੁੱਖ ਜੋ ਕੁਝ ਵੀ ਕਰਦਾ, ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਝੂਠ ਦੀ ਕਮਾਈ ਕਰਦਾ ਹੈ। ਵਿਣ ਸੱਚੇ, ਵਿਣ ਸੱਚੇ ਦਾ ਅਰਥ ਹੈ ਪ੍ਰਮਾਤਮਾ ਦੇ ਨਾਮ ਤੋਂ ਬਗੈਰ, ਜਿਸ ਦਾ ਭਾਵ ਅਰਥ ਹੈ ਜੇ ਰੱਬ ਦੀ ਯਾਦ ਭੁਲਾ ਦੇਵੇ ਮਨੁੱਖ, ਜੇ ਪ੍ਰਮਾਤਮਾ ਦਾ ਨਾਮ ਹਿਰਦੇ ਵਿੱਚੋਂ ਵਿਸਾਰ ਦੇਵੇ, ਪਰਮਾਤਮਾ ਦਾ ਨਾਮ ਭੁਲਾ ਕੇ ਇਹ ਜੋ ਕੁਝ ਵੀ ਕਰਦਾ, ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਕੂੜ ਦੀ ਕਮਾਈ ਕਰਦਾ ਹੈ। ਜੇ ਪ੍ਰਮਾਤਮਾ ਦਾ ਨਾਮ ਭੁਲਾ ਦਿੱਤਾ, ਗੁਰਦੇਵ ਕਹਿੰਦੇ ਨੇ ਕੂੜਿਆਰ ਬੰਨ ਚਲਾਈਐ। ਕੂੜਿਆਰ ਦਾ ਅਰਥ ਹੁੰਦਾ ਜਿਹੜਾ ਕੂੜ ਦਾ ਵਪਾਰੀ ਹੋਵੇ। ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਝੂਠ ਦਾ ਵਪਾਰੀ ਇਹ ਝੂਠ ਦੇ ਬੰਧਨਾਂ ਦੇ ਵਿੱਚ ਬੁਰੀ ਤਰ੍ਹਾਂ ਵੱਜ ਜਾਂਦਾ ਹੈ, ਜਕੜਿਆ ਜਾਂਦਾ ਹੈ। ਵਿਣ ਸੱਚੇ ਤਨ ਸ਼ਾਰ, ਸ਼ਾਰ ਰਲਾਈਐ। ਸ਼ਾਰ ਕਹਿੰਦੇ ਨੇ ਮਿੱਟੀ ਨੂੰ।
ਸਰੀਰ ਮਿੱਟੀ ਵਿੱਚ ਰਲ ਜਾਂਦਾ, ਜਿਹਦਾ ਭਾਵ ਹੈ ਉਸ ਮਨੁੱਖ ਦਾ ਸਰੀਰ ਜਿਹੜਾ ਹੈ ਬਿਲਕੁਲ ਨਿਕੰਮਾ ਹੈ, ਕਿਸੇ ਕੰਮ ਦਾ ਨਹੀਂ। ਗੁਰਦੇਵ ਪਾਤਸ਼ਾਹ ਕਹਿਣ ਲੱਗੇ ਜਿਹੜਾ ਮਨੁੱਖ ਸੱਚ ਤੋਂ ਸਖਣਾ ਹੈ, ਜਿਹੜਾ ਮਨੁੱਖ ਸੱਚ ਦੇ ਨਾਲੋਂ ਟੁੱਟਿਆ ਹੋਇਆ ਹੈ, ਉਸ ਮਨੁੱਖ ਦਾ ਸਰੀਰ ਗੁਰਦੇਵ ਕਹਿਣ ਲੱਗੇ ਸਾਰ ਮਿੱਟੀ ਹੈ, ਮਿੱਟੀ ਵਿੱਚ ਮਿਲਿਆ ਹੋਇਆ ਹੈ। ਫਿਰ ਬਚਨ ਕਹਿ ਦਿੱਤਾ, ਕਹਿਣ ਲੱਗੇ ਵਿਣ ਸੱਚੇ ਸਭ ਭੁੱਖ ਜੇ ਪਹਿੰਜੈ ਖਾਈਏ। ਪਹਿੰਜੈ ਦਾ ਅਰਥ ਹੈ ਪਹਿਨਣਾ, ਖਾਈਏ ਦਾ ਅਰਥ ਹੈ ਖਾਣਾ। ਕਹਿਣ ਲੱਗੇ ਜੇ ਮਾਲਕ ਦਾ ਨਾਮ ਭੁਲਾ ਕੇ ਪਹਿਨੀਏ, ਮਾਲਕ ਦਾ ਨਾਮ ਭੁਲਾ ਕੇ ਖਾਈਏ, ਉਸ ਖਾਣ ਪਹਿਨਣ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਮਨੁੱਖ ਦੀ ਭੁੱਖ ਕਦੇ ਮਿਟਦੀ ਨਹੀਂ। ਮਨੁੱਖ ਖਾਂਦਾ ਤੇ ਇਸ ਵਾਸਤੇ ਮੇਰੀ ਭੁੱਖ ਮਿਟ ਜਾਏ, ਪਹਿਨਦਾ ਤੇ ਇਸ ਵਾਸਤੇ ਮੈਨੂੰ ਖੁਸ਼ੀ ਮਿਲੇਗੀ, ਮੈਨੂੰ ਤ੍ਰਿਪਤੀ ਮਿਲੇਗੀ, ਮੈਨੂੰ ਰਜੇਵਾਂ ਮਹਿਸੂਸ ਹੋਏਗਾ। ਪਰ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਜੇ ਨਾਮ ਤੋਂ ਟੁੱਟਾ ਹੋਇਆ ਮਨੁੱਖ ਕੁਝ ਖਾਂਦਾ ਹੈ, ਕੁਝ ਪਹਿਨਦਾ ਹੈ, ਸਭ ਭੁੱਖ ਉਸ ਦੇ ਅੰਦਰ ਦੀ ਭੁੱਖ ਗੁਰਦੇਵ ਪਾਤਸ਼ਾਹ ਕਹਿਣ ਲੱਗੇ ਕਦੇ ਮਿਟਦੀ ਨਹੀਂ। ਗੁਰਮਤ ਕਹਿੰਦੀ ਹੈ ਜੀਵਨ ਦੇ ਅੰਦਰ ਇਹ ਬੜੀ ਵੱਡੀ ਕਰਾਮਾਤ ਹੈ, ਇਹ ਮਨੁੱਖ ਆਪਣੇ ਜੀਵਨ ਦੇ ਅੰਦਰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਰੱਜ ਜਾਏ, ਇਹ ਮਨੁੱਖ ਤ੍ਰਿਪਤ ਹੋ ਜਾਏ, ਇਹ ਰੱਜਣਾ ਚਾਹੀਦਾ ਹੈ। ਇਸ ਦੇ ਅੰਦਰ ਦੀ ਭੁੱਖ ਜਿਹੜੀ ਹੈ ਉਹ ਖਤਮ ਹੋਣੀ ਚਾਹੀਦੀ ਹੈ, ਮਿਟਣੀ ਚਾਹੀਦੀ ਹੈ। ਸਤਿਗੁਰੂ ਕਹਿਣ ਲੱਗੇ ਤਰੀਕਾ ਤੇ ਇੱਕੋ ਹੀ ਹੈ, ਜੁਗਤੀ ਤੇ ਇੱਕੋ ਹੀ ਹੈ। ਇਹ ਸੱਚ ਦੇ ਨਾਲ ਜੁੜ ਜਾਏ, ਪ੍ਰਮਾਤਮਾ ਦੀ ਸਿਫਤ ਸਲਾਹ ਦੇ ਨਾਲ ਜੁੜ ਜਾਏ। ਨਹੀਂ ਤੇ ਬਾਹਰ ਦੁਨੀਆ ਦੇ ਅੰਦਰ ਮਨੁੱਖ ਕੋਈ ਵੀ ਆਪਣਾ ਗੋਲ ਮਿਥ ਲਏ, ਪਹਿਲੀ ਤੇ ਗੱਲ ਇਸ ਮਨੁੱਖ ਨੂੰ ਆਪਣੇ ਗੋਲ ਦੀ ਕਦੇ ਪ੍ਰਾਪਤੀ ਹੋ ਨਹੀਂ ਸਕਦੀ। ਜਦੋਂ ਤੱਕ ਮਨੁੱਖ ਆਪਣੇ ਮਿਥੇ ਹੋਏ ਗੋਲ ਤੱਕ ਅਪੜਦਾ ਹੈ, ਇਹਦਾ ਗੋਲ ਹੋਰ ਅਗਾਂਹ ਚਲਿਆ ਜਾਂਦਾ ਹੈ। ਜੇ ਇਸ ਮਨੁੱਖ ਦੀ ਅੱਜ ਭੁੱਖ 100 ਰੁਪਏ ਦੀ ਹੈ, ਜਿਸ ਵੇਲੇ ਇਸ ਨੂੰ 100 ਰੁਪਏ ਦੀ ਪ੍ਰਾਪਤੀ ਹੋਣੀ ਹੈ, ਭੁੱਖ ਇਹਦੀ 100 ਤੇ ਨਹੀਂ ਟਿਕਣੀ, 1000 ਤੱਕ ਅੱਪੜ ਜਾਣੀ। ਜਿਸ ਵੇਲੇ 1000 ਤੱਕ ਅੱਪੜੇਗਾ ਗੋਲ ਇਸ ਦਾ ਹੋਰ ਅਗਾਂਹ ਚਲਿਆ ਜਾਏਗਾ। ਇਸੇ ਨੂੰ ਸਤਿਗੁਰਾਂ ਨੇ ਆਖਿਆ ਨਾ ਵੀ ਸਹਿਸ ਖਟੇ ਲੱਖ ਕੋ ਉਠਤਾ ਵੈ, ਤ੍ਰਿਪਤ ਨਾ ਆਵੇ ਮਾਇਆ ਪਾਸ਼ਾ ਪਾਵੇ। ਗੁਰਦੇਵ ਨੇ ਫੈਸਲਾ ਦਿੱਤਾ ਅਨਕ ਭੋਗ ਵਿਖਿਆ ਕੇ ਕਰੇ। ਅਗਲੀ ਪੰਕਤੀ ਹੈ ਨਹੀਂ ਤ੍ਰਿਪਤਾਵੇ ਖਪ ਖਪ ਮਰੇ। ਅਨਕ ਭੋਗ ਅਨੇਕਾਂ ਭੋਗ ਵਿਖਿਆ ਦੇ ਕਰਦਾ ਹੈ, ਮਾਇਆ ਦੇ ਅਨੇਕਾਂ ਭੋਗ ਭੋਗਦਾ ਹੈ। ਪਰ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਇਹਨੂੰ ਤ੍ਰਿਪਤੀ ਨਹੀਂ ਆਉਂਦੀ, ਇਹ ਖਪਦਾ ਹੈ, ਮਰਦਾ ਹੈ, ਪਰ ਰੱਜਦਾ ਨਹੀਂ। ਬਾਣੀ ਦੇ ਬੋਲ ਕੇਵਲ ਸਾਡੇ ਸਿੱਖਾਂ ਵਾਸਤੇ ਨਹੀਂ। ਜਦੋਂ ਅਸੀਂ ਆਖਦੇ ਨਾ ਕਿ ਬਾਣੀ ਸਰਬਕਾਲੀ ਹੈ, ਬਾਣੀ ਸਰਬਦੇਸ਼ੀ ਹੈ, ਬਾਣੀ ਦੇ ਜਿਹੜੇ ਸੱਚ ਦੇ ਨਿਯਮ ਸਤਿਗੁਰਾਂ ਨੇ ਦਰਜ ਕੀਤੇ ਨੇ ਉਹ ਸਾਰੀ ਦੁਨੀਆ ਦੇ ਉੱਤੇ ਹੀ ਲਾਗੂ ਹੁੰਦੇ ਨੇ। ਮੈਂ ਅੱਜ ਇੱਕ ਐਸੇ ਸੱਜਣ ਦੇ ਸੰਬੰਧ ਵਿੱਚ ਪੜ੍ਹ ਰਿਹਾ ਸੀ, ਐਡਮਨ ਹਿਲਰੀ ਜਿਸ ਦਾ ਨਾਮ ਹੈ, ਜਿਹੜਾ ਸਭ ਤੋਂ ਪਹਿਲਾਂ ਹਿੰਦੁਸਤਾਨ ਦੇ ਅੰਦਰ ਜਿਹੜੀ ਸਭ ਤੋਂ ਉੱਚੀ ਪਹਾੜੀ ਹੈ ਮਾਊਂਟ ਐਵਰੈਸਟ, ਜਿਹੜਾ ਸਭ ਤੋਂ ਪਹਿਲਾਂ ਉਹਦੇ ਤੇ ਚੜ੍ਹਿਆ ਸੀ। ਆਕਲੈਂਡ ਨਿਊਜ਼ੀਲੈਂਡ ਦਾ ਰਹਿਣ ਵਾਲਾ ਹੈ ਸੱਜਣ ਐਡਮਨ ਹਿਲਰੀ। ਕਹਿੰਦੇ ਨੇ ਜਿਸ ਵੇਲੇ ਉਸ ਪਹਾੜੀ ਦੇ ਉੱਤੇ ਚੜ੍ਹਿਆ ਉਹਦੇ ਜੀਵਨ ਦੇ ਵਿੱਚ, ਉਹਦੇ ਸੁਭਾਅ ਦੇ ਵਿੱਚ 2 ਤਬਦੀਲੀਆਂ ਆਈਆਂ। ਤੇ ਸੁਭਾਅ ਦੀਆਂ ਜਦੋਂ ਉਹਨਾਂ 2 ਤਬਦੀਲੀਆਂ ਨੂੰ ਅੱਜ ਮੈਂ ਪੜ੍ਹ ਰਿਹਾ ਸੀ, ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਤੋਂ ਚਿੱਤ ਸਦਕੇ ਜਾ ਰਿਹਾ ਸੀ। ਬਾਣੀ ਨੇ ਬੜੇ ਵਿਸਥਾਰ ਦੇ ਵਿੱਚ ਉਹਨਾਂ ਤਬਦੀਲੀਆਂ ਦਾ ਜ਼ਿਕਰ ਕੀਤਾ ਹੈ। ਇੱਕ ਤੇ ਅੱਜ ਦੇ ਇਸ ਵਿਸ਼ੇ ਦੇ ਨਾਲ ਸੰਬੰਧਿਤ ਹੈ, ਪਰ ਦੂਸਰੀ ਵੀ ਬੜੀ ਕਮਾਲ ਦੀ ਗੱਲ ਉਹਨਾਂ ਨੇ ਲਿਖੀ ਹੈ। ਕਹਿਣ ਲੱਗੇ ਜਿਸ ਵੇਲੇ ਉਹ ਸੱਜਣ ਉਸ ਚੋਟੀ ਦੇ ਉੱਤੇ ਪਹੁੰਚਿਆ, ਮਾਊਂਟ ਐਵਰੈਸਟ ਦੀ ਚੋਟੀ ਦੇ ਉੱਤੇ ਜਿਸ ਵੇਲੇ ਚੜ੍ਹਿਆ, ਉਹਦੇ ਜੀਵਨ ਦੇ ਵਿੱਚ 2 ਤਬਦੀਲੀਆਂ ਆਈਆਂ। ਇੱਕ ਤੇ ਕਹਿਣ ਲੱਗੇ ਉਹਦੇ ਸੁਭਾਅ ਦੇ ਵਿੱਚ ਨਿਮਰਤਾ ਆ ਗਈ, ਔਰ ਦੂਸਰਾ ਕਹਿੰਦੇ ਨੇ ਉਦਾਸ ਹੋ ਗਿਆ। ਸੁਭਾਅ ਦੇ ਵਿੱਚ ਨਿਮਰਤਾ ਕਿਉਂ ਆਈ? ਕਹਿਣ ਲੱਗੇ ਉਹਨੇ ਕੁਦਰਤ ਦੀ ਵਿਸ਼ਾਲਤਾ ਨੂੰ ਦੇਖਿਆ।
ਇਤਨੀ ਵੱਡੀ ਕੁਦਰਤ ਹੈ ਤੇ ਇਸ ਕੁਦਰਤ ਦੇ ਅੰਦਰ ਮੇਰੀ ਆਪਣੀ ਹਸਤੀ ਤੇ ਇੱਕ ਕਿਣਕੇ ਜਿਤਨੀ ਵੀ ਨਹੀਂ ਹੈ। ਮੈਂ ਤੇ ਕਿਣਕਾ ਮਾਤਰ ਵੀ ਨਹੀਂ ਇਸ ਕੁਦਰਤ ਦੇ ਸਾਹਮਣੇ ਦੇ ਉੱਤੇ। ਹਾਲਾਂਕਿ ਕੇਵਲ ਇਸ ਜਗਤ ਦੀ ਗੱਲ ਹੋ ਰਹੀ ਹੈ, ਨਹੀਂ ਤੇ ਪਾਵਨ ਬਾਣੀ ਕਹਿੰਦੀ ਹੈ ਪ੍ਰਮਾਤਮਾ ਤੇ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ, ਪਤਾ ਨਹੀਂ ਕਿੰਨੀਆਂ ਕੋ ਧਰਤੀਆਂ ਹੋਰ ਨੇ, ਕਿੰਨੇ ਕੋ ਪਹਾੜ ਹੋਰ ਨੇ, ਕਿੰਨੀਆਂ ਕੋ ਪਹਾੜਾਂ ਦੀਆਂ ਚੋਟੀਆਂ ਹੋਰ ਨੇ। ਕੇਵਲ ਇੱਕ ਪਹਾੜ ਦੀ ਚੋਟੀ ਦੇ ਉੱਤੇ ਚੜਿਆ ਤੇ ਕਹਿਣ ਲੱਗੇ ਉਹਦੇ ਜੀਵਨ ਦੇ ਅੰਦਰ ਨਿਮਰਤਾ ਆ ਗਈ, ਸੁਭਾਅ ਦੇ ਵਿੱਚ ਨਿਮਰਤਾ ਆ ਗਈ। ਜਦੋਂ ਉਸਨੇ ਕੁਦਰਤ ਦੀ ਵਿਸ਼ਾਲਤਾ ਨੂੰ ਤੱਕਿਆ ਕਿ ਕੁਦਰਤ ਦੀ ਵਿਸ਼ਾਲਤਾ ਦੇ ਸਾਹਮਣੇ ਮੇਰੀ ਹਸਤੀ ਜਿਹੜੀ ਹੈ ਉਹ ਤੇ ਇੱਕ ਕਿਣਕੇ ਤੋਂ ਵੀ ਜ਼ਿਆਦਾ ਨਹੀਂ, ਕਿਣਕਾ ਮਾਤਰ ਵੀ ਨਹੀਂ। ਮੈਂ ਕਿਸ ਗੱਲ ਦਾ ਹੰਕਾਰ ਕਰਨਾ। ਤੇ ਜਦੋਂ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਵੱਲ ਆਪਾਂ ਜਾਂਦੇ ਹਾਂ, ਬਾਣੀ ਨੇ ਵੀ ਕਿੰਨੇ ਪਿਆਰੇ ਇਸ਼ਾਰੇ ਦਿੱਤੇ ਨੇ। ਕਹਾਣੀ ਕਹਿੰਦੀ ਹੈ ਜਿਸ ਵੇਲੇ ਉਹ ਮਨੁੱਖ ਚੋਟੀ ਦੇ ਉੱਤੇ ਚੜਿਆ ਉਹਦੇ ਸੁਭਾਅ ਦੇ ਵਿੱਚ ਨਿਮਰਤਾ ਆਈ। ਗੁਰਮਤਿ ਵੀ ਇਹ ਗੱਲ ਕਹਿੰਦੀ ਹੈ ਕਿਸੇ ਮਨੁੱਖ ਦੇ ਉੱਚੇ ਹੋਣ ਦੀ ਨਿਸ਼ਾਨੀ ਹੀ ਇਹ ਹੈ ਉਸ ਮਨੁੱਖ ਦੇ ਅੰਦਰ ਨਿਮਰਤਾ ਆਏਗੀ। ਇਸੇ ਨੂੰ ਅਰਦਾਸ ਦੇ ਵਿੱਚ ਅਸੀਂ ਮੰਗਦੇ ਹਾਂ ਕਿ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ। ਅਧਿਆਤਮਕ ਤੌਰ ਦੇ ਉੱਤੇ ਮਨੁੱਖ ਜਿਤਨਾ ਉੱਚਾ ਉੱਠੇਗਾ, ਜਿਤਨੀਆਂ ਉਚਾਈਆਂ ਚੋਟੀਆਂ ਨੂੰ ਸਰ ਕਰਦਾ ਜਾਏਗਾ, ਇਸ ਮਨੁੱਖ ਦੇ ਅੰਦਰ ਉਤਨੀ ਜ਼ਿਆਦਾ ਨਿਰਮਾਣਤਾ ਆਉਂਦੀ ਜਾਏਗੀ। ਮਨੁੱਖ ਦਾਅਵਾ ਕਰਦਾ ਮੇਰੀ ਮੱਤ ਬੜੀ ਉੱਚੀ ਹੈ, ਮੈਂ ਬਹੁਤ ਬੁੱਧੀਵਾਨ ਹਾਂ, ਮੱਤ ਉੱਚੀ ਹੈ, ਪਰ ਜੇ ਮਨ ਨੀਵਾਂ ਨਹੀਂ ਹੋਇਆ, ਗੁਰਮਤਿ ਕਹਿੰਦੀ ਹੈ ਕਾਹਦਾ ਬੁੱਧੀਮਾਨ ਹੈ, ਤੂੰ ਤੇ ਬੁੱਧੂਮਾਨ ਹੀ ਆ। ਬੁੱਧੀਮਾਨ ਨਹੀਂ, ਬੁੱਧੂਮਾਨ ਤੇ ਹੋਏਗਾ ਜੇ ਮਨ ਤੇਰਾ ਨੀਵਾਂ ਨਹੀਂ ਹੋਇਆ। ਇਹ ਜਿੰਨਾ ਉਚਾਈ ਤੇ ਜਾਏ ਅੰਦਰ ਮਨ ਉਤਨਾ ਨੀਵਾਂ ਹੋਣਾ ਚਾਹੀਦਾ। ਇਸੇ ਨੂੰ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਬਿਆਨ ਕੀਤਾ, ਆਪਸ ਕਉ ਜੋ ਜਾਣੈ ਨੀਚਾ, ਸੋ ਗਣੀਐ ਸਭ ਤੇ ਉੱਚਾ। ਜਾਂ ਕਾ ਮਨ ਹੋਏ ਸਗਲ ਕੀ ਰੀਨਾ, ਹਰ ਹਰ ਨਾਮ ਤਿਨ ਘਟ ਘਟ ਕੀਨਾ। ਮਨ ਆਪਣੇ ਤੇ ਬੁਰਾ ਮਿਟਾਨਾ, ਪੇਖੈ ਸਗਲ ਸ੍ਰਿਸ਼ਟ ਸਾਜਣਾ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ ਦੁਨੀਆ ਤੈਨੂੰ ਬੁਰੀ ਦਿਸਦੀ ਹੈ, ਕਿਉਂ? ਕਿਉਂਕਿ ਤੇਰਾ ਆਪਣਾ ਮਨ ਬੁਰਾਈ ਦੇ ਨਾਲ ਭਰਿਆ ਪਿਆ ਹੈ। ਮਨ ਆਪਣੇ ਤੇ ਬੁਰਾ ਮਿਟਾਨਾ। ਜਿਸ ਦਿਨ ਤੇਰੇ ਆਪਣੇ ਅੰਦਰ ਦੀ ਬੁਰਾਈ ਮਿਟ ਜਾਏਗੀ, ਸੰਸਾਰ ਵੀ ਤੈਨੂੰ ਚੰਗਾ ਲੱਗੇਗਾ, ਸੰਸਾਰ ਵੀ ਭੜਾ ਲੱਗੇਗਾ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਸਭ ਤੋਂ ਉੱਚਾ ਮੈਂ ਉਸੇ ਨੂੰ ਹੀ ਗਿਣਦਾ ਹਾਂ, ਆਪਸ ਕਉ ਜੋ ਜਾਣੇ ਨੀਚਾ। ਇਸੇ ਨੂੰ ਬਾਬੇ ਕਬੀਰ ਨੇ ਆਖਿਆ ਸੀ, ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ। ਜਿਨ ਐਸਾ ਕਰ ਬੁਝਿਆ, ਮੀਤ ਹਮਾਰਾ ਸੋਏ। ਬੜੀ ਖੁੱਲ੍ਹ ਕੇ ਚਰਚਾ ਕਰਦੀ ਹੈ ਗੁਰਬਾਣੀ ਇਸ ਸਿਧਾਂਤ ਦੇ ਉੱਤੇ। ਮਨੁੱਖ ਜਿਤਨਾ ਅੰਦਰੋਂ ਉੱਚਾ ਉੱਠਦਾ ਜਾਏਗਾ, ਮਨ ਇਸ ਦਾ ਉਤਨਾ ਨੀਵਾਂ ਹੋਏਗਾ। ਜੇ ਮਨ ਉੱਚਾ ਹੋਇਆ, ਸਮਝ ਲੈਣਾ ਮਨੁੱਖ ਦੀ ਮੱਤ ਤੇ ਨੀਵੀਂ ਹੁੰਦੀ ਜਾ ਰਹੀ ਹੈ, ਮਾੜੀ ਹੁੰਦੀ ਜਾ ਰਹੀ ਹੈ, ਘਟੀਆ ਸੋਚ ਹੁੰਦੀ ਜਾ ਰਹੀ ਹੈ। ਖੈਰ ਕਹਿੰਦੇ ਨੇ ਉਹਦੇ ਜੀਵਨ ਦੇ ਵਿੱਚ, ਉਹਦੇ ਸੁਭਾਅ ਦੇ ਵਿੱਚ ਦੋ ਤਬਦੀਲੀਆਂ ਆਈਆਂ। ਇੱਕ ਤੇ ਕਹਿਣ ਲੱਗੇ ਉਹਦਾ ਮਨ ਨਿਮਰ ਹੋ ਗਿਆ। ਜਦੋਂ ਕੁਦਰਤ ਦੀ ਵਿਸ਼ਾਲਤਾ ਨੂੰ ਤੱਕਿਆ, ਇਤਨੀ ਵੱਡੀ ਕੁਦਰਤ ਮੇਰੀ ਹਸਤੀ, ਤੇ ਇਸ ਕੁਦਰਤ ਦੇ ਵਿੱਚ ਇੱਕ ਕਿਣਕੇ ਮਾਤਰ ਤੋਂ ਵੀ ਜ਼ਿਆਦਾ ਨਹੀਂ। ਦੂਸਰਾ ਕਹਿੰਦੇ ਨੇ ਉਹ ਉਦਾਸ ਹੋ ਗਿਆ। ਉਦਾਸ ਕਿਉਂ ਹੋਇਆ? ਕਹਿਣ ਲੱਗੇ ਉਦਾਸ ਇਸ ਵਾਸਤੇ ਹੋਇਆ, ਜਦੋਂ ਉਸ ਸਭ ਤੋਂ ਉੱਚੀ ਪਹਾੜੀ ਦੀ ਚੋਟੀ ਦੇ ਉੱਤੇ ਅਪੜਿਆ, ਉਸਨੇ ਦੇਖਿਆ ਹੁਣ ਉੱਪਰ ਜਾਣ ਦਾ ਰਸਤਾ ਹੀ ਕੋਈ ਨਹੀਂ। ਹੁਣ ਸਾਰੇ ਰਸਤੇ ਥੱਲੇ ਨੂੰ ਜਾਂਦੇ ਨੇ, ਹੁਣ ਉੱਪਰ ਜਾਣ ਦਾ ਰਸਤਾ ਹੀ ਕੋਈ ਨਹੀਂ ਰਿਹਾ, ਸਾਰੇ ਰਸਤੇ ਹੇਠਾਂ ਨੂੰ ਜਾਂਦੇ ਨੇ। ਕਿੰਨਾ ਪਿਆਰਾ ਨੁਕਤਾ ਉਹਦੇ ਜੀਵਨ ਦਾ ਇਹ ਲੋਕਾਂ ਦੇ ਸਾਹਮਣੇ ਆਇਆ ਕਿ ਦੁਨੀਆ ਦੀ ਸਭ ਤੋਂ ਉੱਚੀ ਪਹਾੜੀ ਤੇ ਜਾ ਕੇ ਵੀ ਉਸ ਦਾ ਮਨ ਉਦਾਸ ਹੋ ਗਿਆ, ਕਿਉਂਕਿ ਅਗਾਂਹ ਜਾਣ ਵਾਸਤੇ ਹੁਣ ਰਸਤਾ ਹੀ ਕੋਈ ਨਹੀਂ ਰਿਹਾ। ਹੁਣ ਤੇ ਜਿੰਨੇ ਰਸਤੇ ਨੇ ਸਾਰੇ ਥੱਲੇ ਨੂੰ ਜਾਂਦੇ ਨੇ, ਹੁਣ ਤੇ ਹੇਠਾਂ ਨੂੰ ਸਾਰੇ ਰਸਤੇ ਜਾਂਦੇ ਨੇ। ਤੋ ਦੁਨੀਆ ਦੇ ਅੰਦਰ ਕੋਈ ਵੀ ਆਪਣਾ ਗੋਲ ਮਿਥ ਲੈ, ਕਿਸੇ ਵੀ ਮੰਜ਼ਿਲ ਨੂੰ ਆਪਣਾ ਗੋਲ ਮਿਥ ਲੈ ਦੁਨਿਆਵੀ ਤੌਰ ਦੇ ਉੱਤੇ, ਅਬਲ ਤੇ ਗੁਰਮਤਿ ਕਹਿੰਦੀ ਹੈ ਤੇਰਾ ਗੋਲ ਹੋਰ ਅਗਾਂਹ ਤੁਰਿਆ ਜਾਏਗਾ। ਪਰ ਜੇ ਤੂੰ ਉਸ ਗੋਲ ਤੇ ਅੱਪੜ ਵੀ ਜਾਏ, ਫਿਰ ਵੀ ਉਦਾਸ ਹੋ ਜਾਏਗਾ, ਫਿਰ ਵੀ ਮਾਯੂਸ ਹੋ ਜਾਏਗਾ। ਅੰਦਰ ਦੀ ਤ੍ਰਿਪਤੀ, ਅੰਦਰ ਦਾ ਸੰਤੋਖ, ਅੰਦਰ ਦਾ ਰਜੀਵਾ ਤੈਨੂੰ ਪ੍ਰਾਪਤ ਨਹੀਂ ਹੋਏਗਾ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਬਗੈਰ ਸੱਚ ਦੇ ਨਾਲ ਜੁੜਨ ਤੋਂ ਵਿਣ ਸੱਚੇ ਸਭ ਕੂੜ ਕੂੜ ਕਮਾਈਐ।
ਗੁਰਦੇਵ ਕਹਿੰਦੇ ਨੇ ਵਿਣ ਸੱਚੇ ਸਭ ਭੁੱਖ। ਜੇ ਸੱਚ ਦੇ ਨਾਲੋਂ ਟੁੱਟਿਆ ਰਿਹਾ, ਜੇ ਪ੍ਰਮਾਤਮਾ ਦੀ ਸਿਫਤ ਸਲਾਹ ਦੇ ਨਾਲੋਂ ਟੁੱਟਿਆ ਰਿਹਾ, ਇਸ ਸ਼ਬਦ ਨੂੰ ਧਿਆਨ ਦੇ ਨਾਲ ਥੋੜਾ ਹੋਰ ਸਮਝ ਲੈਣਾ, ਕਿਉਂਕਿ ਬਾਰ-ਬਾਰ ਹਰੇਕ ਪੰਕਤੀ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇਹ ਲਫ਼ਜ਼ ਵਰਤਦੇ ਨੇ, ਵਿਣ ਸੱਚੇ, ਵਿਣ ਸੱਚੇ, ਵਿਣ ਸੱਚੇ। ਵਿਣ ਸੱਚੇ ਦਾ ਅਰਥ ਹੈ ਜੇ ਸੱਚ ਦੇ ਨਾਲੋਂ ਟੁੱਟ ਗਏ, ਫਿਰ ਜੋ ਕੁਝ ਕਮਾਏਗਾ ਉਹ ਝੂਠ ਹੋਏਗਾ, ਜੋ ਕੁਝ ਖਾਏਗਾ ਪੀਏਗਾ ਝੂਠ ਹੋਏਗਾ। ਕਿਉਂਕਿ ਕਿਧਰੇ ਨਾ ਪੰਕਤੀਆਂ ਤੋਂ ਐਸਾ ਨਾ ਸਮਝ ਲੈਣਾ ਕਿ ਗੁਰਦੇਵ ਪਾਤਸ਼ਾਹ ਮਹਾਰਾਜ ਕਮਾਉਣ ਤੋਂ ਵਰਜਦੇ ਪਏ ਨੇ, ਜਾਂ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਜਿਹੜੀ ਹੈ ਸਾਨੂੰ ਚੰਗਾ ਖਾਣ ਤੋਂ, ਚੰਗਾ ਪਹਿਨਣ ਤੋਂ ਵਰਜਦੀ ਪਈ ਹੈ। ਗੁਰਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਨਹੀਂ, ਇਹ ਤਾਂ ਜਦੋਂ ਅਸੀਂ ਪਾਵਨ ਬਾਣੀ ਦੇ ਸ਼ਬਦ ਪੜ੍ਹਦੇ ਹਾਂ ਨਾ ਵੀ ਉਦਮ ਕਰਿੰਦਿਆਂ ਜਿਉ ਤੂੰ ਕਮਾਉਂਦਿਆਂ ਸੁਖ ਪਹੁੰਚ, ਤੂੰ ਕਮਾਈ ਕਰ। ਤੇ ਕਮਾਈ ਕਾਹਦੇ ਵਾਸਤੇ ਮਨੁੱਖ ਨੇ ਕਰਨੀ? ਇਸ ਵਾਸਤੇ ਥੋੜੀ ਕਰਨੀ ਹੈ ਵੀ ਸਵੇਰ ਦੀ ਰੋਟੀ ਖਾ ਲਈ ਤੇ ਰਾਤ ਦਾ ਮਨੁੱਖ ਨੂੰ ਫਿਰ ਫਿਕਰ ਲੱਗਾ ਪਵੇ। ਰਾਤ ਦੀ ਰੋਟੀ ਖਾ ਲਈ ਤੇ ਸਵੇਰ ਦੀ ਫਿਰ ਚਿੰਤਾ ਮਨੁੱਖ ਨੂੰ ਸਤਾਉਂਦੀ ਪਵੇ। ਗੁਰਦੇਵ ਕਹਿਣ ਲੱਗੇ ਕਮਾਉਂਦਿਆਂ ਸੁਖ ਪਹੁੰਚ, ਕਮਾ ਕੇ ਤੂੰ ਸੁਖ ਮਾਣ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਤੇ ਨਹੀਂ ਆਖਿਆ ਵੀ ਤੂੰ ਖਾਣਾ ਨਹੀਂ ਚੰਗਾ। ਗੁਰਦੇਵ ਪਾਤਸ਼ਾਹ ਕਹਿਣ ਲੱਗੇ ਵਧੀਆ ਖਾ, 36 ਪ੍ਰਕਾਰ ਦੇ ਪਕਵਾਨ ਖਾ। ਤੇਰੇ ਜੀਵਨ ਵਾਸਤੇ ਖਾਣਾ ਜ਼ਰੂਰੀ ਹੈ, ਪਰ ਇਸ ਗੱਲ ਦਾ ਚੇਤਾ ਰਹੇ ਤੇਰਾ ਜੀਵਨ ਕੇਵਲ ਖਾਣ ਵਾਸਤੇ ਨਹੀਂ ਹੈ। ਤੈਨੂੰ ਚੰਗੇ ਘਰ ਚਾਹੀਦੇ ਨੇ, ਤੇਰੇ ਜੀਵਨ ਦੀ ਲੋੜ ਹੈ, ਤੈਨੂੰ ਸੋਹਣਾ ਘਰ ਚਾਹੀਦਾ ਹੈ। ਸੋਹਣਾ ਘਰ ਕਮਾ, ਪ੍ਰਾਪਤ ਕਰ, ਜ਼ਰੂਰੀ ਹੈ ਤੇਰੇ ਵਾਸਤੇ, ਪਰ ਇਸ ਗੱਲ ਦਾ ਚੇਤਾ ਰਹੇ ਜੀਵਨ ਮੇਰਾ ਕੇਵਲ ਘਰ ਵਾਸਤੇ ਨਹੀਂ ਹੈ। ਤੂੰ ਚੰਗੇ ਵਸਤਰ ਆਪਣੇ ਸਰੀਰ ਦੇ ਉੱਤੇ ਪਹਿਨ। ਚੰਗੇ ਵਸਤਰ ਪਹਿਨਣ ਤੋਂ ਗੁਰਮਤਿ ਕਿਸੇ ਨੂੰ ਰੋਕਦੀ ਨਹੀਂ, ਕਿਸੇ ਨੂੰ ਵਰਜਦੀ ਨਹੀਂ। ਪਰ ਗੁਰਦੇਵ ਪਾਤਸ਼ਾਹ ਕਹਿਣ ਲੱਗੇ ਇਸ ਗੱਲ ਦਾ ਚੇਤਾ ਰਹੇ ਕਿ ਮੇਰਾ ਜੀਵਨ ਕੇਵਲ ਚੰਗੇ ਵਸਤਰ ਪਹਿਨਣ ਵਾਸਤੇ ਨਹੀਂ। ਤੂੰ ਵਧੀਆ ਗਹਿਣੇ ਨਹੀਂ ਪਾ। ਗੁਰਮਤਿ ਗਹਿਣੇ ਪਾਉਣ ਤੋਂ ਵੀ ਸਿੱਖ ਨੂੰ ਰੋਕਦੀ ਨਹੀਂ। ਹਾਂ, ਅੰਗ ਛੇਦਕ ਗਹਿਣੇ ਪਾਉਣ ਦੀ ਮਨਾਹੀ ਹੈ, ਉਸਦਾ ਇੱਕ ਵੱਖਰਾ ਕਾਰਨ। ਪਰ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਚੇਤਾ ਰਹੇ ਇਸ ਗੱਲ ਦਾ, ਜੀਵਨ ਇਸ ਵਾਸਤੇ ਤੇ ਨਹੀਂ ਮਿਲਿਆ ਕਿ ਇਸ ਦੇ ਅੰਦਰ ਆਪਣੇ ਸਰੀਰ ਨੂੰ ਕੇਵਲ ਗਹਿਣਿਆਂ ਦੇ ਨਾਲ ਸਜਾਈ ਰੱਖਣਾ। ਜੀਵਨ ਤੇ ਇਸ ਵਾਸਤੇ ਨਹੀਂ। ਗੁਰਦੇਵ ਦੇ ਸ਼ਬਦ ਪੜ੍ਹਦੇ ਆ ਨਾ ਕਿ ਜਿਹ ਪ੍ਰਸਾਦ ਆਪੂਖਨ ਪਹਿਰੀਜੈ, ਮਨ ਤਿਸ ਸਿਮਰਤ ਕਿਉਂ ਆਲਸ ਕੀਚੈ। ਆਪੂਖਨ ਕਹਿੰਦੇ ਨੇ ਗਹਿਣਿਆਂ। ਗਹਿਣੇ ਪਾਉਣ ਤੋਂ ਗੁਰਦੇਵ ਨੇ ਨਹੀਂ ਵਰਜਿਆ, ਪਰ ਗੁਰਦੇਵ ਕਹਿਣ ਲੱਗੇ ਇੰਨਾ ਕੁ ਤਾਂ ਯਾਦ ਰੱਖ, ਕਿਸੇ ਦੀ ਕਿਰਪਾ, ਕਿਸੇ ਮਾਲਕ ਦੀ ਰਹਿਮਤ ਹੋਈ ਤੇਰੇ ਤੇ, ਤੈਨੂੰ ਇਸ ਯੋਗ ਕੀਤਾ ਹੈ, ਤੂੰ ਆਪਣੇ ਤਨ ਦੇ ਉੱਤੇ ਗਹਿਣੇ ਪਾ ਸਕਦਾ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ ਜਿਸ ਦੀ ਕਿਰਪਾ ਦੇ ਨਾਲ ਤੂੰ ਗਹਿਣੇ ਪਾਉਣਾ ਪਿਆ, ਮਨ ਤਿਸ ਸਿਮਰਤ ਕਿਉਂ ਆਲਸ ਕੀਜੈ। ਉਹਦਾ ਨਾਮ ਲੈਣ ਵੇਲੇ ਤੈਨੂੰ ਵਾਸੀਆਂ ਕਿਉਂ ਆਉਣ ਲੱਗ ਪੈਂਦੀਆਂ, ਉਹਦਾ ਨਾਮ ਲੈਣ ਵਾਸਤੇ ਵੇਲੇ ਤੂੰ ਉਂਘਣ ਕਿਉਂ ਲੱਗ ਪੈਣਾ, ਉਸ ਵੇਲੇ ਨੀਂਦ ਤੇਰੇ ਤੇ ਕਿਉਂ ਜ਼ੋਰ ਪਾ ਕੇ ਬਹਿ ਜਾਂਦੀ ਹੈ। ਕਿੰਨੇ ਪਿਆਰੇ ਬੋਲ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਆ ਪੜ੍ਹ, ਜਿਹ ਪ੍ਰਸਾਦ 36 ਅੰਮ੍ਰਿਤ ਖਾਂ। ਖਾਣਾ ਤੇਰੇ ਜੀਵਨ ਵਾਸਤੇ ਜ਼ਰੂਰੀ ਹੈ। ਜ਼ਰੂਰੀ ਨਹੀਂ ਗੁਰਦੇਵ ਪਾਤਸ਼ਾਹ ਕਹਿਣ ਲੱਗੇ ਤੂੰ ਰੁੱਖੀਆਂ ਰੋਟੀਆਂ ਖਾਣੀਆਂ ਨੇ। ਹਾਂ, ਇਹ ਗੱਲ ਗੁਰਮਤਿ ਨੇ ਜ਼ਰੂਰ ਆਖੀ ਹੈ ਵੀ ਆਪਣੀਆਂ ਰੋਟੀਆਂ ਨੂੰ ਚੋਪੜਨ ਵਾਸਤੇ ਕਿਧਰੇ ਬਗਾਨਿਆਂ ਦਾ ਲਹੂ ਨਾ ਨਿਚੋੜਦਾ ਫਿਰੇ। ਇਹ ਵੇਖ ਕੇ ਵੀ ਦੂਜਿਆਂ ਦੀਆਂ ਰੋਟੀਆਂ ਚੋਪੜੀਆਂ ਹੋਈਆਂ ਨੇ। ਬਾਬੇ ਫਰੀਦ ਨੇ ਆਖਿਆ ਦੇਖ ਫਰਾਈ ਚੋਪੜੀ ਨਾ ਤਰਸਾਈ ਜੀ। ਕਿਧਰੇ ਆਪਣੀਆਂ ਰੋਟੀਆਂ ਨੂੰ ਚੋਪੜਨ ਵਾਸਤੇ ਲੋਕਾਂ ਦਾ ਲਹੂ ਨਿਚੋੜਨਾ ਨਾ ਸ਼ੁਰੂ ਕਰ ਦੇਈਂ। ਪਰ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ ਕੋਈ ਪਾਬੰਦੀ ਥੋੜੀ ਹੈ ਵੀ ਤੂੰ ਕਮਾਈ ਕਰੇ ਤੇ ਤੇਰੇ ਵਿੱਚ ਹਿੰਮਤ ਹੋਵੇ 36 ਪ੍ਰਕਾਰ ਦੇ ਪਕਵਾਨ ਖਾਣ ਵਾਸਤੇ, ਤੂੰ ਨਾ ਖਾਵੇਂ। ਗੁਰਦੇਵ ਪਾਤਸ਼ਾਹ ਕਹਿਣ ਲੱਗੇ ਜ਼ਰੂਰ ਖਾ। ਜਿਹ ਪ੍ਰਸਾਦ 36 ਅੰਮ੍ਰਿਤ ਖਾਹੇ, ਪਰ ਗੁਰਦੇਵ ਕਹਿਣ ਲੱਗੇ ਤਿਸ ਠਾਕੁਰ ਕੋ ਰੱਖ ਮਨ ਮਾਹੇ। ਤੇਰੇ ਤੇ ਕੋਈ ਪਾਬੰਦੀ ਨਹੀਂ, ਤੂੰ ਆਪਣੇ ਸਰੀਰ ਦੇ ਉੱਤੇ ਸੁਗੰਧੀਆਂ ਨਹੀਂ ਲਗਾ ਸਕਦਾ, ਤੂੰ ਵਧੀਆ ਕਿਸਮ ਦਾ ਪਰਫਿਊਮ ਨਹੀਂ ਵਰਤ ਸਕਦਾ ਹੈ। ਪਰ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ ਚੇਤਾ ਰੱਖ ਇਸ ਗੱਲ ਦਾ, ਇਹ ਸਰੀਰ ਕੇਵਲ ਇਸ ਵਾਸਤੇ ਨਹੀਂ ਮਿਲਿਆ ਕਿ ਇਹਦੇ ਤੇ ਵਧੀਆ ਤੋਂ ਵਧੀਆ ਸੁਗੰਧੀਆਂ ਮਿਲੀਆਂ ਜਾਣ। ਮਕਸਦ ਜੀਵਨ ਦਾ ਇਸ ਸਰੀਰ ਦਾ ਕੋਈ ਹੋਰ ਆ। ਜਿਹ ਪ੍ਰਸਾਦ ਸੁਗੰਧਤ ਤਨ ਲਾਮੈ, ਤਿਸ ਕੋ ਸਿਮਰਤ ਪਰਮਗਤ ਪਾਵੈ।
ਜੇ ਪ੍ਰਸਾਦ ਬਸੈ ਸੁਖ ਮੰਦਰ ਤਿਸੈ ਧਿਆਏ ਸਦਾ ਮਨ ਅੰਦਰ। ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰੋ ਤਿਸ ਰਸਨਾ। ਜ਼ਰੂਰੀ ਨਹੀਂ ਤੂੰ ਸਾਰੀ ਜ਼ਿੰਦਗੀ ਕਿਰਾਏ ਤੇ ਰਹਿਣਾ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਬੋਲ ਧਿਆਨ ਮੰਗਦੇ ਨੇ। ਤੈਨੂੰ ਘਰ ਦੀ ਜ਼ਰੂਰਤ ਹੈ, ਤੇਰੇ ਕੋਲ ਘਰ ਹੋਣਾ ਚਾਹੀਦਾ, ਕਮਾ ਪ੍ਰਾਪਤ ਕਰ। ਪਰ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਬੋਲ ਕਹਿਣ ਲੱਗੇ, ਇਸ ਗੱਲ ਦਾ ਚੇਤਾ ਰੱਖੀ, ਜੀਵਨ ਕੇਵਲ ਇਸ ਵਾਸਤੇ ਨਹੀਂ ਕਿ ਜੀਵਨ ਦੇ ਅੰਦਰ ਘਰ ਬਣਾ ਲਵਾਂ। ਜੀਵਨ ਦਾ ਮਕਸਦ ਕੋਈ ਹੋ ਰਿਹਾ। ਇਸ ਵਾਸਤੇ ਜਿਸ ਮਾਲਕ ਨੇ ਤੈਨੂੰ ਇਸ ਯੋਗ ਕੀਤਾ, ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨ, ਤੂੰ ਆਪਣੇ ਘਰ ਦੇ ਅੰਦਰ ਵਸਦਾ ਪਿਆ। ਫਰਜ਼ ਬਣਦਾ ਆਠ ਪੈਰ ਸਿਮਰੋ ਤਿਸ ਰਸਨਾ। ਜੇ ਪ੍ਰਸਾਦ ਬਸੈ ਸੁਖ, ਜੇ ਦੀ ਕਿਰਪਾ ਦੇ ਨਾਲ ਤੂੰ ਕਿਸੇ ਘਰ ਦੇ ਵਿੱਚ ਰਹਿਣਾ ਪਿਆ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਬੋਲ ਕਹਿਣ ਲੱਗੇ, ਇੰਨਾ ਕੁ ਤਾਂ ਤੈਨੂੰ ਚਾਹੀਦਾ, ਆਪਣੇ ਹਿਰਦੇ ਦੇ ਘਰ ਅੰਦਰ ਉਸ ਮਾਲਕ ਵਾਸਤੇ ਵੀ ਥੋੜੀ ਜਿਹੀ ਜਗ੍ਹਾ ਜ਼ਰੂਰ ਰਾਖਵੀਂ ਰੱਖੀ ਛੱਡ। ਬਾਬੇ ਕਬੀਰ ਦਾ ਕਿੰਨਾ ਪਿਆਰਾ ਬੋਲਿਆ। ਗੁਰਮਤਿ ਦਾ ਇੱਕ ਇੱਕ ਪੱਖ ਉਸ ਸ਼ਬਦ ਦੇ ਵਿੱਚ ਸਾਡੇ ਸਾਹਮਣੇ ਆਉਂਦਾ ਪਿਆ। ਜਿੱਥੇ ਗੁਰਦੇਵ ਜੀ ਨੇ ਆਖਿਆ ਸੀ, ਕਹਿਣ ਲੱਗੇ, ਕਾਹੂ ਦੀਨੇ ਪਾਟ ਪਟੰਬਰ, ਕਾਹੂ ਪਲੰਗ ਨਿਵਾਰਾ, ਕਾਹੂ ਗਰੀ ਗੋਦਰੀ ਨਹੀਂ, ਕਾਹੂ ਖਾਨ ਪਰਾਰਾ। ਖਾਨ ਕਹਿੰਦੇ ਨੇ ਘਰਾਂ ਨੂੰ, ਪਰਾਰਾ ਦਾ ਅਰਥ ਹੁੰਦਾ ਪਰਾਲੀ। ਕਹਿਣ ਲੱਗੇ, ਕਈਆਂ ਦੇ ਕੋਲ ਤੇ ਪਹਿਨਣ ਵਾਸਤੇ ਪਾਟ ਪਟੰਬਰ, ਪਾਟ ਪਟੰਬਰ ਪੱਟ ਦੇ ਕੱਪੜੇ, ਰੇਸ਼ਮੀ ਵਸਤਰ, ਕੀਮਤੀ ਤੋਂ ਕੀਮਤੀ, ਮਹਿੰਗੇ ਤੋਂ ਮਹਿੰਗੇ ਵਸਤਰ ਨੇ। ਕਾਹੂ ਪਲੰਗ ਨਿਵਾਰਾ, ਸੌਣ ਵਾਸਤੇ ਨਿਵਾਰੀ ਪਲੰਗ, ਵਧੀਆ ਕਿਸਮ ਦੀਆਂ ਸੌਣ ਵਾਸਤੇ ਸੁਖਾਲੀਆਂ ਸੇਜਾਂ ਮਿਲੀਆਂ ਹੋਈਆਂ ਨੇ। ਪਰ ਗੁਰਦੇਵ ਕਹਿਣ ਲੱਗੇ, ਜਗਤ ਵਿੱਚ ਕੁਝ ਐਸੇ ਵੀ ਨੇ, ਕਾਹੂ ਗਰੀ ਗੋਦਰੀ ਨਹੀਂ। ਗਰੀ ਦਾ ਅਰਥ ਹੈ ਗਲੀ ਹੋਈ, ਗਲੀ ਸਰੀ, ਗੋਦਰੀ ਵੀ ਵਿਛਾਉਣ ਵਾਸਤੇ ਹੇਠਾਂ ਹੈ ਨਹੀਂ, ਪਹਿਨਣ ਵਾਸਤੇ ਹੈ ਨਹੀਂ। ਕਈਆਂ ਦੇ ਕੋਲ ਰੇਸ਼ਮੀ ਵਸਤਰ ਨੇ, ਕਈਆਂ ਦੇ ਕੋਲ ਗਲੀ ਹੋਈ ਗੋਦਰੀ ਵੀ ਹੈ ਨਹੀਂ, ਕਈਆਂ ਦੇ ਕੋਲ ਸੌਣ ਵਾਸਤੇ ਨਿਵਾਰੀ ਪਲੰਗ ਨੇ ਘਰਾਂ ਵਿੱਚ। ਕਾਹੂ ਖਾਨ ਪਰਾਰਾ, ਕਈਆਂ ਨੂੰ ਪਰਾਲੀ ਵੀ ਨਾ ਹੇਠਾਂ ਵਿਛਾਉਣ ਵਾਸਤੇ ਮਿਲਦੀ ਹੋਵੇ। ਪਰ ਬਾਬੇ ਕਬੀਰ ਨੇ ਸ਼ਬਦ ਆਖਿਆ, ਕਹਿਣ ਲੱਗੇ, ਇਹ ਰਖਵਾਦ ਨਾ ਕੀਜੈ ਰੇ ਮਨ। ਇਹ ਰਖ ਦਾ ਅਰਥ ਈਰਖਾ ਕਰਨ, ਦੂਜੇ ਕੋ ਆ ਪਦਾਰਥ ਹੈ, ਮੇਰੇ ਕੋਲ ਕਿਉਂ ਨਹੀਂ। ਵਾਦ ਦਾ ਅਰਥ ਹੁੰਦਾ ਝਗੜਾ। ਕਹਿਣ ਲੱਗੇ, ਈਰਖਾ ਤੇ ਝਗੜਾ ਨਾ ਕਰ ਕੀ, ਇਹ ਰਖਵਾਦ ਨਾ ਕੀਜੈ ਰੇ ਮਨ, ਸੁਕਿਰਤ ਕਰ ਕਰ ਲੀਜੈ ਰੇ ਮਨ। ਸੁਕਿਰਤ ਨੇਕ ਕਮਾਈ ਕਰ। ਬਾਬਾ ਕਬੀਰ ਜੀ ਕਹਿਣ ਲੱਗੇ, ਤੂੰ ਵੀ ਇਹਨਾਂ ਪਦਾਰਥਾਂ ਦਾ ਸੁੱਖ ਮਾਣ, ਤੂੰ ਵੀ ਇਹਨਾਂ ਪਦਾਰਥਾਂ ਨੂੰ ਭੋਗ, ਨੇਕ ਕਮਾਈ ਕਰ। ਇਹ ਰਖਵਾਦ ਨਾ ਕੀਜੈ ਰੇ ਮਨ, ਸੁਕਿਰਤ ਕਰ ਕਰ ਲੀਜੈ ਰੇ ਮਨ। ਨੇਕ ਕਮਾਈ ਕਰ। ਬਾਬਾ ਕਬੀਰ ਜੀ ਦੇ ਬੋਲ ਨੇ ਕਹਿਣ ਲੱਗੇ, ਤੂੰ ਵੀ ਇਹਨਾਂ ਪਦਾਰਥਾਂ ਦਾ ਸੁੱਖ ਮਾਣ ਸਕਦਾ ਹੈ। ਪਰ ਇੱਕ ਗੱਲ ਦਾ ਚੇਤਾ ਰੱਖੀ, ਜਦੋਂ ਉਸ ਸ਼ਬਦ ਨੂੰ ਪੜ੍ਹਦਿਆਂ ਅਖੀਰ ਤੇ ਪਹੁੰਚੋਗੇ, ਬਾਬਾ ਕਬੀਰ ਜੀ ਵੀ ਗੁਰਮਤਿ ਦਾ ਇਹ ਸਿਧਾਂਤ ਜੋ ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਅੱਜ ਸਾਨੂੰ ਸਮਝਾਉਂਦੇ ਪਏ ਨੇ, ਇਸੇ ਸਿਧਾਂਤ ਨੂੰ ਦ੍ਰਿੜ ਕਰਵਾਉਂਦੇ ਨੇ। ਕਹਿ ਕਬੀਰ ਸੁਨੋਰੇ ਸੰਤੋ, ਮੇਰੀ ਝੂਠੀ। ਤੂੰ ਚੰਗਾ ਖਾ, ਤੂੰ ਚੰਗਾ ਪਹਿਨ, ਚੰਗੇ ਘਰਾਂ ਵਿੱਚ ਰਹਿ, ਸੋਹਣੇ ਤਰੀਕੇ ਦੇ ਨਾਲ ਦੁਨੀਆ ਦੇ ਪਦਾਰਥਾਂ ਨੂੰ ਵਰਤ। ਪਰ ਸਾਰਾ ਕੁਝ ਕਰਦਿਆਂ ਹੋਏ ਇਸ ਗੱਲ ਦਾ ਚੇਤਾ ਰਹੇ ਕਿ ਜੀਵਨ ਮੇਰਾ ਇਹਨਾਂ ਵਾਸਤੇ ਨਹੀਂ ਹੈ। ਜੀਵਨ ਦਾ ਮਕਸਦ ਮੇਰਾ ਕੋਈ ਹੋਰ ਹੈ। ਇਹ ਸਰੀਰ ਕਾਹਦੇ ਵਾਸਤੇ ਮਿਲਿਆ, ਮਕਸਦ ਮੇਰਾ ਕੋਈ ਹੋਰ ਹੈ। ਬਾਬਾ ਕਬੀਰ ਜੀ ਦੇ ਬੋਲ ਨੇ ਕਹਿਣ ਲੱਗੇ, ਜੇ ਮਕਸਦ ਭੁੱਲ ਗਿਆ, ਜੇ ਮੰਨ ਲਿਆ ਕਿ ਮੇਰਾ ਜੀਵਨ ਕੇਵਲ ਇਹਨਾਂ ਪਦਾਰਥਾਂ ਵਾਸਤੇ ਬਣਿਆ ਹੋਇਆ, ਫਿਰ ਮੈਂ ਤੈਨੂੰ ਚੇਤਾ ਕਰਵਾਉਣਾ ਕਿ ਮੇਰੀ ਝੂਠੀ। ਇਹ ਆਖੀ ਜਾਣਾ ਕਿ ਆ ਮੇਰਾ ਧਨ ਸੰਪਦਾ, ਮਹਿਲ ਮਾੜੀਆਂ ਸਵਾਰੀ ਦੇ ਸਾਧਨ ਹੀ ਮੇਰੇ ਨੇ। ਬਾਬਾ ਕਬੀਰ ਜੀ ਦੇ ਬੋਲ ਨੇ ਕਹਿਣ ਲੱਗੇ, ਬਿਲਕੁਲ ਝੂਠੀ ਗੱਲ ਆ। ਤੇ ਦ੍ਰਿਸ਼ਟਾਂਤ ਬੜਾ ਪਿਆਰਾ ਦਿੱਤਾ। ਕਹਿਣ ਲੱਗੇ, ਚਿਰਗਟ ਫਾਰ ਚਟਾਰਾ ਲੈ ਗਿਓ, ਤਰੀ ਤਾਗਰੀ ਛੁੱਟੀ। ਚਿਰਗਟ ਫਾਰ ਚਟਾਰਾ ਲੈ ਗਏ। ਚਿਰਗਟ ਕਹਿੰਦੇ ਨੇ ਪਿੰਜਰੇ ਨੂੰ, ਚਟਾਰਾ ਕਹਿੰਦੇ ਨੇ ਚਿੜੇ ਨੂੰ। ਕਹਿਣ ਲੱਗੇ, ਕੋਈ ਜਿਹੜਾ ਕਿਸੇ ਪਿੰਜਰੇ ਦੇ ਵਿੱਚ ਬੰਦ ਹੋਵੇ ਨਾ, ਤੇ ਪਿੰਜਰੇ ਦੇ ਮਾਲਕ ਨੇ ਉਹਦੇ ਵਾਸਤੇ ਉਹਦੇ ਪਿੰਜਰੇ ਦੇ ਵਿੱਚ ਇੱਕ ਨਿੱਕੀ ਜਿਹੀ ਕੂਜੀ ਠੁੱਠੀ, ਉਹਦੇ ਖਾਣ ਪੀਣ ਦਾ ਸਮਾਨ ਉਹਦੇ ਪਿੰਜਰੇ ਦੇ ਵਿੱਚ ਰੱਖਿਆ ਹੁੰਦਾ। ਉਸੇ ਨੂੰ ਆਪਣੀ ਸੰਪਦਾ ਸਮਝੀ ਬੈਠਾ ਹੁੰਦਾ।
ਪਰ ਬਾਬਾ ਕਬੀਰ ਜੀ ਨੇ ਸ਼ਬਦ ਵਰਤਿਆ, ਕਹਿਣ ਲੱਗੇ ਚਿਰਗਟ ਫਾਰ ਚਟਾਰਾ ਲੈ। ਜਦੋਂ ਕੋਈ ਬਿੱਲਾ ਆ ਕੇ ਕਿਸੇ ਤਰੀਕੇ ਦੇ ਨਾਲ ਜੇ ਉਸ ਪਿੰਜਰੇ ਦੇ ਵਿੱਚੋਂ ਚਿੜੇ ਨੂੰ ਕੱਢ ਕੇ, ਪਿੰਜਰੇ ਨੂੰ ਪਾੜ ਕੇ ਉਸ ਚਿੜੇ ਨੂੰ ਕੱਢ ਕੇ ਲੈ ਜਾਏ, ਕਹਿਣ ਲੱਗੇ ਕੁੱਜੀ ਠੂਠੀ ਜਿਹੜੀ ਉੱਥੇ ਧਰੀ ਧਰਾਈ ਰਹਿ ਜਾਂਦੀ ਹੈ, ਉੱਥੇ ਪਈ ਰਹਿ ਜਾਂਦੀ ਹੈ। ਇਸੇ ਤਰੀਕੇ ਦੇ ਨਾਲ ਜਦੋਂ ਅਸੀਂ ਇਹ ਸ਼ਬਦ ਪੜ੍ਹਦੇ ਹਾਂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ, ਜਦੋਂ ਕਹਿੰਦੇ ਵੀ ਵਿਣ ਤੋਦੋ ਔਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਦੇ ਨਾਮ ਸੰਤੋਖ ਉਤਰੈ ਮਨ। ਇਹ ਭਾਵ ਨਹੀਂ ਕਿ ਦੁਨੀਆ ਦੇ ਭਗਤਾਂ ਨੇ ਮੰਗੇ ਨੇ, ਪਰ ਪਹਿਲੀ ਗੱਲ ਅਸੀਂ ਛੱਡ ਜਾਂਦੇ ਜਿੱਥੇ ਗੁਰਦੇਵ ਕਹਿੰਦੇ ਨੇ ਵਿਣ ਤੋਦਾ, ਜੇ ਤੈਨੂੰ ਹੀ ਭੁਲਾ ਦਿੱਤਾ, ਜੇ ਤੇਰੇ ਨਾਲ ਹੀ ਸਾਂਝ ਮੁੱਕ ਗਈ, ਤੇਰੇ ਨਾਲ ਹੀ ਨਾਤਾ ਨਾ ਬਣਿਆ, ਫਿਰ ਜੋ ਕੁਝ ਵੀ ਕਰਾਂਗੇ ਆਪਣੀ ਭੁੱਖ ਨੂੰ ਵਧਾਉਣ ਦਾ ਹੀ ਕਾਰਨ ਬਣੇਗਾ, ਆਪਣੀ ਭੁੱਖ ਦੀ ਤ੍ਰਿਪਤੀ ਦਾ ਵਸੀਲਾ ਨਹੀਂ ਬਣ ਸਕੇਗਾ। ਸਾਹਿਬ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਬੋਲ ਕਹਿਣ ਲੱਗੇ, ਵਿਣ ਸੱਚੇ ਸਭ ਭੁੱਖ ਜੇ ਪਹਿਜੈ ਖਾਈਐ, ਵਿਣ ਸੱਚੇ ਦਰਬਾਰ ਕੂੜ ਨਾ ਪਾਈਐ। ਸੱਚ ਤੋਂ ਟੁੱਟਿਆ ਹੋਇਆਂ ਨੂੰ ਪਰਮਾਤਮਾ ਦਾ ਦਰ ਕਰ ਟਿਕਾਣਾ ਨਹੀਂ ਮਿਲਦਾ। ਕੂੜੇ ਲਾਲਚ ਲੱਗ ਮਹਿਲ ਖੁਆਈਐ। ਮਹਿਲ ਦਾ ਅਰਥ ਹੈ ਟਿਕਾਣਾ, ਖੁਆਈਆ ਦਾ ਅਰਥ ਹੈ ਖੁੰਝਾ ਲੈਂਦਾ ਹੈ। ਪਰਮਾਤਮਾ ਦੇ ਘਰ ਦਾ ਟਿਕਾਣਾ ਮਨੁੱਖ ਖੁੰਝਾ ਲੈਂਦਾ ਹੈ। ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਝੂਠ ਦੇ ਵਿੱਚ ਜੁੜ ਕੇ ਸੱਚ ਦੇ ਨਾਲੋਂ ਟੁੱਟ ਕੇ ਸਭ ਜਗ ਠੱਗਿਓ ਠੱਗ ਆਈਐ ਜਾਈਐ। ਜਗਤ ਗੁਰਦੇਵ ਕਹਿਣ ਲੱਗੇ ਇਸੇ ਤਰੀਕੇ ਦੇ ਨਾਲ ਕੂੜ ਦੇ ਹੱਥੋਂ ਠੱਗਿਆ ਜਾ ਰਿਹਾ ਹੈ। ਇਸ ਵਾਸਤੇ ਆਈਐ ਜਾਈਐ, ਜੰਮਣ ਮਰਨ ਦੇ ਗੇੜ, ਆਉਣ ਜਾਣ ਦੇ ਗੇੜ ਵਿੱਚ ਪਿਆ ਹੋਇਆ। ਗੁਰਦੇਵ ਕਹਿੰਦੇ ਨੇ, ਤਨ ਮੈਂ ਤ੍ਰਿਸ਼ਨਾ ਅੱਗ। ਇਸ ਸਰੀਰ ਦੇ ਵਿੱਚ ਤ੍ਰਿਸ਼ਨਾ ਦੀ ਅੱਗ ਬਲਦੀ ਪਈ ਹੈ। ਤ੍ਰਿਸ਼ਨਾ ਦੀ ਅੱਗ, ਭੁੱਖ ਦੀ ਅੱਗ ਬਲਦੀ ਪਈ ਹੈ। ਗੁਰਦੇਵ ਕਹਿਣ ਲੱਗੇ, ਸ਼ਬਦ ਬੁਝਾਈਏ। ਬੁਝ ਸਕਦੀ ਹੈ, ਸ਼ਬਦ ਬੁਝਾਈਏ। ਸ਼ਬਦ ਦੁਆਰਾ, ਗੁਰੂ ਦੀ ਪਾਵਨ ਪਵਿੱਤਰ ਬਾਣੀ ਦੀ ਸਿੱਖਿਆ ਦੁਆਰਾ, ਗੁਰੂ ਦੇ ਪਾਵਨ ਪਵਿੱਤਰ ਉਪਦੇਸ਼ਾਂ ਦੁਆਰਾ। ਗੁਰੂ ਅਰਜਨ ਦੇਵ ਜੀ ਨੇ ਕਿੰਨੇ ਪਿਆਰੇ ਬੋਲ ਆਖੇ ਨੇ, ਕਹਿਣ ਲੱਗੇ ਬੁਝ ਗਈ ਅੱਗ। ਇੱਕ ਬਚਨ ਪਿਛਲੇ ਹਫ਼ਤੇ ਵਿਚਾਰਿਆ ਸੀ, ਇੱਕ ਬਚਨ ਗੁਰਦੇਵ ਦਾ ਆਸਾ ਰਾਗ ਦੇ ਵਿੱਚ ਆ। ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦੇ ਉੱਥੇ ਬੋਲ ਨੇ, ਕਹਿਣ ਲੱਗੇ, ਅਦਮ ਚੰਡਾਲੀ ਭਈ ਬ੍ਰਾਹਮਣੀ, ਸੂਦੀ ਤੇ ਸ੍ਰਿਸ਼ਟਾਈ ਰੇ। ਅਦਮ ਕਹਿੰਦੇ ਨੇ ਨੀਚ ਨੂੰ। ਇਹ ਮੇਰੀ ਬਿਰਤੀ ਜਿਹੜੀ ਹੈ ਪਹਿਲੇ ਬੜੀ ਅਦਮ, ਬੜੀ ਨੀਚ ਸੀ, ਚੰਡਾਲਣੀ ਸੀ, ਪਰ ਕਹਿਣ ਲੱਗੇ ਹੁਣ ਇਹ ਬ੍ਰਾਹਮਣੀ ਬਣ ਗਈ, ਹੁਣ ਇਹ ਉੱਚੀ ਕੁਲ ਵਾਲੀ ਹੋ ਗਈ। ਸੂਦੀ ਤੇ ਸ੍ਰਿਸ਼ਟਾਈ ਰੇ, ਪਹਿਲਾਂ ਸੂਦਰਾਣੀ ਸੀ, ਨੀਵੀਂ ਜਾਤ ਵਾਲੀ ਸੀ, ਪਰ ਕਹਿਣ ਲੱਗੇ ਹੁਣ ਇਹ ਬ੍ਰਾਹਮਣੀ ਬਣ ਗਈ, ਹੁਣ ਇਹਦੀ ਜਾਤ ਬੜੀ ਉੱਚੀ ਹੋ ਗਈ। ਮੇਰੀ ਬਿਰਤੀ ਦੀ ਤਬਦੀਲੀ ਕੀ ਆਈ? ਕਹਿਣ ਲੱਗੇ ਤਬਦੀਲੀ ਇਹ ਆਈ, ਆਕਾਸ਼ੀ ਪਾਤਾਲੀ ਸਖਣੀ, ਲਹਿਬਰ ਬੂਝੀ ਖਾਈ ਰੇ। ਲਹਿਬਰ ਅਰਬੀ ਭਾਸ਼ਾ ਦਾ ਸ਼ਬਦ ਹੈ ਲਹਿਬ, ਜਿਸ ਦਾ ਅਰਥ ਹੁੰਦਾ ਅੱਗ ਦੀ ਲਾਟ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਬਿਰਤੀ ਮੇਰੀ ਉਹ ਹੈ ਜਿਹੜੀ ਪਾਤਾਲੀ ਆਕਾਸ਼ੀ ਸਖਣੀ, ਇਹਨੂੰ ਪਤਾਲ ਤੋਂ ਲੈ ਕੇ ਆਕਾਸ਼ ਤੱਕ ਦੁਨੀਆ ਦੇ ਸਾਰੇ ਪਦਾਰਥ ਇਹਨੂੰ ਦੇ ਦਿੱਤੇ ਜਾਂਦੇ, ਇਹ ਫਿਰ ਵੀ ਭੁੱਖੀ ਦੀ ਭੁੱਖੀ ਰਹਿੰਦੀ ਸੀ। ਪਰ ਹੁਣ ਕੀ ਹੋਇਆ? ਲਹਿਬਰ ਬੂਝੀ ਖਾਈ ਰੇ। ਇਹਦੇ ਅੰਦਰ ਦੀ ਲਾਟ ਜਿਹੜੀ ਹੈ, ਅੱਗ ਦੀ ਲਾਟ ਜਿਹੜੀ ਹੈ, ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਬੁਝ ਗਈ ਘਰ ਕੀ ਬਿਲਾਈ, ਅਵਰ ਸਿਖਾਈ ਮੂਸਾ ਦੇਖ ਡਰਾਈ ਰੇ। ਅੱਜ ਕਹਿ ਵਸ ਗੁਰ ਕੀਨੋ ਕੇ ਹਰ ਕੂਕਰ ਤਿਨੈ ਲਗਾਈ ਰੇ। ਘਰ ਦੀ ਬਿੱਲੀ ਸੰਤੋਖ ਹੀਣੀ ਬਿਰਤੀ ਜਿਹੜੀ ਸੀ, ਕਹਿਣ ਲੱਗੇ ਉਹਨੂੰ ਹੁਣ ਗੁਰੂ ਨੇ ਹੋਰ ਤਰ੍ਹਾਂ ਦੀ ਸਿੱਖਿਆ ਦੇ ਦਿੱਤੀ। ਹੁਣ ਚੂਹਿਆਂ ਨੂੰ ਵੇਖ ਕੇ ਉਹ ਡਰਦੀ ਹੈ, ਸੰਗਦੀ ਹੈ, ਹੁਣ ਪਦਾਰਥਾਂ ਦੇ ਪਿੱਛੇ ਨਹੀਂ ਦੌੜਦੀ। ਗੁਰੂ ਨੇ ਕਿਰਪਾ ਕੀਤੀ। ਅੱਜ ਕਹਿ ਵਸ ਗੁਰ ਕੀਨੋ ਕੇਹਰ, ਕੇਹਰ ਕਹਿੰਦੇ ਨੇ ਸ਼ੇਰ ਨੂੰ, ਅੱਜ ਕਹਿੰਦੇ ਨੇ ਬੱਕਰੀ ਨੂੰ। ਕਹਿਣ ਲੱਗੇ ਸ਼ੇਰ ਬੱਕਰੀ ਦੇ ਵਸ ਵਿੱਚ ਪਾ ਦਿੱਤਾ। ਹੰਕਾਰ ਜਿਹੜਾ ਸੀ ਹੁਣ ਨਿਮਰਤਾ ਦਾ ਗੁਲਾਮ ਬਣ ਕੇ ਰਹਿ ਗਿਆ। ਅਗਲੀ ਤਬਦੀਲੀ ਕਹਿਣ ਲੱਗੇ ਕੂਕਰ ਤਿਨੈ ਲਗਾਏ। ਕਦੇ ਕੁੱਤਿਆਂ ਨੂੰ ਘਾਹ ਖਾਂਦਿਆਂ ਨਹੀਂ ਦੇਖਿਆ ਕਿਸੇ ਨੇ, ਪਰ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ ਅੰਦਰ ਤਬਦੀਲੀ ਹੈ, ਕੂਕਰ ਤਿਨੈ ਲਗਾਈ। ਤਿਨੈ ਦਾ ਅਰਥ ਹੈ ਤ੍ਰਿਣ, ਤਿਲੇ ਘਾਹ। ਕੂਕਰ ਦਾ ਅਰਥ ਹੈ ਮੇਰੇ ਗਿਆਨ ਇੰਦਰੇ, ਮੇਰੇ ਕਰਮ ਇੰਦਰੇ, ਮੇਰੀਆਂ ਅੱਖਾਂ, ਮੇਰੇ ਨੱਕ, ਮੇਰੇ ਕੰਨ। ਕਹਿਣ ਲੱਗੇ ਪਹਿਲਾਂ ਇਹ ਤਮੋ ਗੁਣੀ ਸਨ, ਸੰਸਾਰ ਦੇ ਵਿਕਾਰਾਂ ਪਦਾਰਥਾਂ ਦੇ ਪਿੱਛੇ ਦੌੜਦੇ ਸਨ। ਗੁਰੂ ਨੇ ਕਿਰਪਾ ਰਹਿਮਤ ਕੀਤੀ, ਇਹਨਾਂ ਦਾ ਤਮੋ ਗੁਣੀ ਸੁਭਾਅ ਖਤਮ ਕਰ ਦਿੱਤਾ, ਇਹਨਾਂ ਨੂੰ ਸਤੋ ਗੁਣੀ ਵਾਲੇ ਪਾਸੇ ਲਗਾ ਦਿੱਤਾ। ਅੱਖਾਂ ਨੂੰ ਸਹੀ ਦੇਖਣ ਦੀ ਜਾਚ ਆ ਗਈ, ਕੰਨਾਂ ਨੂੰ ਸੱਚ ਸੁਣਨ ਦੀ ਜਾਚ ਆ ਗਈ, ਜ਼ਬਾਨ ਨੂੰ ਸੱਚ ਬੋਲਣ ਦੀ ਜਾਚ ਆ ਗਈ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਬੋਲ ਔਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਬੋਲ ਕਿ ਤਨ ਮੈਂ ਤ੍ਰਿਸ਼ਨਾ ਅੱਗ, ਸਰੀਰ ਦੇ ਅੰਦਰ ਤ੍ਰਿਸ਼ਨਾ ਦੀ ਭੁੱਖ ਦੀ ਅੱਗ ਬਲਦੀ ਹੈ, ਪਰ ਸ਼ਬਦ ਬੁਝਾਈ ਹੈ। ਸ਼ਬਦ ਦੀ ਬਰਕਤ ਦੇ ਨਾਲ ਇਸ ਅੱਗ ਨੂੰ ਬੁਝਾਇਆ ਜਾ ਸਕਦਾ ਹੈ। ਇਤਨੇ ਬਚਨ ਪ੍ਰਬੰਧ ਕਰਨ ਭੁੱਲ ਚੁੱਕ ਦੀ ਖਿਮਾ। ਭਲਾ ਫਤਿਹ। ਵਾਹਿਗੁਰੂ।